ਸੈਕੰਡ ਮੈਥਡ ਇੱਕ ਆਈਟਰੇਟਿਵ ਮੈਥਡ ਹੈ ਜੋ ਕਿ ਨੋਨ ਲੀਨੀਅਰ ਇਕੁਏਸ਼ਨ ਨੂੰ ਸੋਲਵ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਆਈਟਰੇਟਿਵ ਮੈਥਡ ਦਾ ਮਤਲਬ ਉਹ ਮੈਥਡ ਜਿਸ ਦੇ ਵਿੱਚ ਅਸੀਂ ਰਿਪੀਟ ਕਰਦੇ ਹਾਂ ਪ੍ਰੋਸੈਸ, ਆਈਟਰੇਸ਼ਨਸ ਪਰਫੋਰਮ ਕਰਦੇ ਹਾਂ। ਆਈਟਰੇਸ਼ਨਸ ਦਾ ਮਤਲਬ ਹੁੰਦਾ ਜਦੋਂ ਅਸੀਂ ਵੈਲਿਊਜ਼ ਨੂੰ ਕੱਢਣ ਦੇ ਲਈ ਬਾਰ-ਬਾਰ ਪ੍ਰੋਸੀਜਰ ਨੂੰ ਅਪਲਾਈ ਕਰਦੇ ਹਾਂ ਅਤੇ ਅਪਰੋਕਸੀਮੇਟ ਵੈਲਿਊਜ਼ ਨੂੰ ਫਾਈਂਡ ਕਰਦੇ ਹਾਂ, ਉਹ ਹੋ ਗਿਆ ਸਾਡੀਆਂ ਆਈਟਰੇਸ਼ਨਸ। ਅਤੇ ਨੋਨ ਲੀਨੀਅਰ ਇਕੁਏਸ਼ਨਸ ਉਹ ਇਕੁਏਸ਼ਨ ਜਿਨ੍ਹਾਂ ਦੇ ਵਿੱਚ ਜੋ ਵੇਰੀਏਬਲ ਹੋਏਗਾ ਉਹਦੀ ਪਾਵਰ ਐਕਸ ਜਾਂ ਵਾਈ ਵੇਰੀਏਬਲ ਜੋ ਵੀ ਆ ਉਹਨਾਂ ਦੀ ਪਾਵਰ 1 ਤੋਂ ਗ੍ਰੇਟਰ ਹੋਏਗੀ। 2 ਹੋ ਸਕਦੀ ਹੈ, 3 ਹੋ ਸਕਦੀ ਹੈ, 4 ਹੋ ਸਕਦੀ ਹੈ, ਕੋਈ ਵੀ, ਬਟ ਨੋਨ ਲੀਨੀਅਰ ਹੋਣਗੀਆਂ, ਮਤਲਬ ਕਿ ਉਹਨਾਂ ਦੀ ਪਾਵਰ ਗ੍ਰੇਟਰ ਦੈਨ 1 ਹੋਣੀ ਚਾਹੀਦੀ ਆ। ਇਹੋ ਜਿਹੀਆਂ ਇਕੁਏਸ਼ਨ ਨੂੰ ਸੋਲਵ ਕਰਨ ਦੇ ਲਈ ਮੈਥਡ ਵਰਤੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਬਾਈਜੈਕਸ਼ਨ ਮੈਥਡ, ਰੈਗੂਲਰ-ਫਾਲਸੀ ਮੈਥਡ, ਸੈਕੰਡ ਮੈਥਡ, ਨਿਊਟਨਸ ਮੈਥਡ, ਆਈਟਰੇਟਿਵ ਮੈਥਡਸ ਨੇ। ਅੱਜ ਅਸੀਂ ਡਿਸਕਸ ਕਰਨ ਵਾਲੇ ਹਾਂ ਸੈਕੰਡ ਮੈਥਡ। ਸੈਕੰਡ ਮੈਥਡ ਦਾ ਪ੍ਰੋਸੀਜਰ ਕੀ ਹੈ? ਕਹਿੰਦੇ ਸੈਕੰਡ ਮੈਥਡ ਦੇ ਵਿੱਚ ਸਾਡੇ ਕੋਲ ਸੈਕੰਡ ਮੈਥਡ ਦੇ ਵਿੱਚ ਸਟੈਪ ਬਾਏ ਸਟੈਪ ਅਸੀਂ ਪਰਫੋਰਮ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਜਿਹੜਾ ਫੰਕਸ਼ਨ ਆ ਉਹਨੂੰ ਚੈੱਕ ਕਰਦੇ ਹਾਂ ਕਿ ਉਹ ਇੱਕ ਕੰਟੀਨਿਊਸ ਫੰਕਸ਼ਨ ਆ। ਫਿਰ ਉਸ ਫੰਕਸ਼ਨ ਦੀਆਂ ਵੈਲਿਊਜ਼ ਚੈੱਕ ਕਰਦੇ ਹਾਂ। ਉਹਦੇ ਵਿੱਚ ਹਿੱਟ ਐਂਡ ਟਰਾਇਲ ਮੈਥਡ ਦੇ ਨਾਲ ਅਸੀਂ ਵੈਲਿਊਜ਼ ਭਰਦੇ ਹਾਂ। ਇੱਕ ਵੈਲਿਊ A ਪੁਆਇੰਟ ਲੈਂਦੇ ਹਾਂ ਅਤੇ ਦੂਸਰਾ ਪੁਆਇੰਟ ਅਸੀਂ ਨੇ B ਲੈਟ ਕਰਨਾ ਹੁੰਦਾ। ਜਿਵੇਂ ਅਸੀਂ ਕਹੀਏ, ਕਹਿੰਦੇ ਫੰਕਸ਼ਨ ਸਾਨੂੰ ਦਿੱਤਾ ਹੋਇਆ x³ - 3। ਤਾਂ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਜਿਹੜੀਆਂ x ਦੀਆਂ ਵੈਲਿਊਜ਼ ਬਾਏ ਹਿੱਟ ਐਂਡ ਟਰਾਇਲ ਭਰ ਕੇ ਦੇਖਦੇ ਹਾਂ। ਮੰਨ ਲਓ ਫਸਟ ਵੈਲਿਊ ਅਸੀਂ ਨੇ ਸਬਸਟੀਟਿਊਟ ਕੀਤੀ 1, ਤਾਂ 1³ - 3 ਵਿਚ ਇਜ਼ ਇਕੁਅਲ ਟੂ -2। ਇਹ ਵੈਲਿਊ ਨੈਗੇਟਿਵ ਆਈ। ਫਿਰ ਅਸੀਂ ਸਬਸਟੀਟਿਊਟ ਕੀਤਾ 2 ਫਿਲ ਕੀਤਾ 2³ - 3, 8 - 3 ਸਾਡੇ ਕੋਲ ਕਿੰਨਾ ਆ ਗਿਆ 5 ਵਿਚ ਇਜ਼ ਪੋਜ਼ੀਟਿਵ। ਕਹਿੰਦੇ ਅਸੀਂ ਉਦੋਂ ਤੱਕ ਇਸ ਤਰ੍ਹਾਂ ਵੈਲਿਊਜ਼ ਭਰਨੀਆਂ ਨੇ ਜਦੋਂ ਇੱਕ ਪੁਆਇੰਟ 'ਤੇ ਸਾਨੂੰ ਵੈਲਿਊ ਨੈਗੇਟਿਵ ਅਤੇ ਦੂਸਰੇ ਪੁਆਇੰਟ 'ਤੇ ਵੈਲਿਊ ਸਾਨੂੰ ਪੋਜ਼ੀਟਿਵ ਨਾ ਮਿਲ ਜਾਵੇ। ਜਦੋਂ ਸਾਨੂੰ ਇਹੋ ਜਿਹਾ ਪੇਅਰ ਮਿਲ ਗਿਆ ਜਿਸ 'ਤੇ ਫੰਕਸ਼ਨ ਇੱਕ ਵੈਲਿਊ ਨੈਗੇਟਿਵ ਦੇਵੇ ਅਤੇ ਦੂਸਰੇ ਪੁਆਇੰਟ 'ਤੇ ਫੰਕਸ਼ਨ ਵੈਲਿਊ ਪੋਜ਼ੀਟਿਵ ਦੇਵੇ, ਇਸ ਦਾ ਮਤਲਬ ਸਾਡਾ ਜਿਹੜਾ ਰੂਟ ਆ ਉਸ ਇਕੁਏਸ਼ਨ ਦਾ ਇਸੇ ਇੰਟਰਵਲ ਦੇ ਵਿੱਚ ਲਾਈ ਕਰਦਾ ਹੋਏਗਾ। ਜਿਵੇਂ ਹੁਣ ਇਸ ਇਕੁਏਸ਼ਨ ਦਾ ਜਿਹੜਾ ਰੂਟ ਆ ਉਹ ਫਿਰ ਕਿਹਦੇ ਇੰਟਰਵਲ ਦੇ ਵਿੱਚ ਹੋਏਗਾ? 1 ਤੋਂ ਲੈ ਕੇ 2 ਇੰਟਰਵਲ ਦੇ ਵਿੱਚ ਹੋਊਗਾ। ਇਹੀ ਵਿੱਚ ਸਟੇਟਮੈਂਟ ਆ ਇੰਟਰਮੀਡੀਏਟ ਵੈਲਿਊ ਥਿਓਰਮ ਦੀ। ਕਹਿੰਦੇ ਜਦੋਂ ਕੋਈ ਫੰਕਸ਼ਨ 2 ਪੁਆਇੰਟਸ 'ਤੇ ਆਪੋਜ਼ਿਟ ਵੈਲਿਊਜ਼ ਦਿੰਦਾ, ਆਪੋਜ਼ਿਟ ਸਾਈਨ ਵੈਲਿਊਜ਼ ਦਿੰਦਾ, ਤਾਂ ਉਹਨਾਂ ਹੀ 2 ਵੈਲਿਊਜ਼ ਦੇ ਵਿੱਚ ਉਸ ਇਕੁਏਸ਼ਨ ਦਾ ਜਾਂ ਉਸ ਜਿਹੜਾ ਫੰਕਸ਼ਨ ਆ ਉਹਦਾ ਰੂਟ ਪਿਆ ਹੁੰਦਾ। ਇਹ ਸੀਗਾ ਸਾਡਾ ਪਹਿਲਾ ਸਟੈਪ। ਕਹਿੰਦੇ ਜਦੋਂ ਸਾਨੂੰ ਇੰਟਰਵਲ ਮਿਲ ਗਿਆ ਉਸ ਤੋਂ ਬਾਅਦ ਫਿਰ ਅਸੀਂ ਆਈਟਰੇਸ਼ਨਸ ਪਰਫੋਰਮ ਕਰਨਾ ਸਟਾਰਟ ਕਰਦੇ ਹਾਂ। ਆਈਟਰੇਸ਼ਨ ਪਰਫੋਰਮ ਕਰਨ ਦਾ ਮਤਲਬ ਅਸੀਂ ਫਿਰ ਅਪਰੋਕਸੀਮੇਟ ਵੈਲਿਊਜ਼ ਕਰਦੇ ਹਾਂ ਜੋ ਇਸ ਇਕੁਏਸ਼ਨ ਨੂੰ ਸੈਟਿਸਫਾਈ ਕਰਦੇ ਹੋਣਗੇ। ਅਸੀਂ ਇਹਦੇ ਰੂਟ ਦੇ ਹੋਰ ਨੇੜੇ ਜਾਣਾ ਚਾਹੁੰਦੇ ਹਾਂ, ਤਾਂ ਉਹਦੇ ਲਈ ਹੁਣ ਇਸ ਮੈਥਡ ਦੇ ਵਿੱਚ ਸਾਡੇ ਕੋਲ ਪ੍ਰੋਸੀਜਰ ਕੀ ਆ? ਕਹਿੰਦੇ ਜਿਹੜੀ ਫਿਰ ਫਸਟ ਆਈਟਰੇਸ਼ਨ ਦੇ ਲਈ ਅਸੀਂ ਇਸ ਫਾਰਮੂਲਾ ਦਾ ਯੂਜ਼ ਕਰਦੇ ਹਾਂ। ਬੱਚੇ ਬਾਏ ਮੈਥਡ ਟੂ ਮੈਥਡ ਡਿਫਰੈਂਟ ਜਿਹੜਾ ਫਾਰਮੂਲਾ ਉਹ ਅਪਲਾਈ ਕੀਤਾ ਜਾਂਦਾ। ਜਿਵੇਂ ਕਿ ਬਾਈਜੈਕਸ਼ਨ ਮੈਥਡ ਦੇ ਵਿੱਚ ਅਸੀਂ A+B/2 ਕਰਦੇ ਹਾਂ ਅਤੇ ਨਿਊਟਨ ਮੈਥਡ ਦੇ ਵਿੱਚ ਕੁਛ ਹੋਰ ਆ। ਰੈਗੂਲਰ ਫਾਲਸੀ ਦੇ ਵਿੱਚ ਇਹ ਸੇਮ ਮੈਥਡ ਹੈ ਬਟ ਉਹਦਾ ਥੋੜ੍ਹਾ ਜਿਹਾ ਜਿਹੜਾ ਪੁਆਇੰਟ ਆ ਡਿਫਰੈਂਟ ਹੈ, ਇਹਦੇ ਨਾਲੋਂ ਕੁਛ ਹੱਦ ਡਿਫਰੈਂਟ ਹੈ ਕੁਛ ਪੁਆਇੰਟ ਦੇ ਉੱਤੇ। ਇਹ ਕੀ ਵੈਲਿਊ ਦਿੰਦੇ ਆ? ਕਹਿੰਦੇ ਅਪਰੋਕਸੀਮੇਟ ਵੈਲਿਊ x1 ਇਕੁਅਲ ਟੂ ਮੰਨਾਂਗੇ A f(b - b f(a) upon f(b - f(a)। ਅਸੀਂ ਸਾਰੀਆਂ ਵੈਲਿਊਜ਼ ਕੱਢ ਕੇ ਇਹਦੇ ਵਿੱਚ ਫਿਲ ਕਰ ਦਾਂਗੇ ਤਾਂ ਸਾਨੂੰ ਇੱਕ ਅਪਰੋਕਸੀਮੇਟ ਵੈਲਿਊ ਮਿਲੂਗੀ। ਫਿਰ ਜੇ ਅਪਰੋਕਸੀਮੇਟ ਜਿਹੜੀ ਵੈਲਿਊ ਆਈ ਹੈ ਬੱਚੇ, ਫਿਰ ਉਹ ਫੰਕਸ਼ਨ ਦੇ ਵਿੱਚ ਸਬਸਟੀਟਿਊਟ ਕਰਕੇ ਦੇਖਾਂਗੇ। ਜੇਕਰ ਫੰਕਸ਼ਨ ਸਾਨੂੰ ਕੀ ਦੇਗਾ? ਇਕੁਅਲ ਟੂ 0 ਆ ਜਾਏਗਾ। ਇਸ ਦਾ ਮਤਲਬ ਜੋ ਵੈਲਿਊ ਅਸੀਂ ਕੱਢੀ ਆ ਉਹੀ ਸਾਡੇ ਕੋਲ f(x) ਦਾ ਕੀ ਆ? ਰੂਟ। ਪਰ ਜੇਕਰ f(x) ਸਾਡੇ ਕੋਲ 0 ਨਹੀਂ ਆਉਂਦਾ ਤਾਂ ਅਸੀਂ ਇਹੀ ਪ੍ਰੋਸੈਸ ਰਿਪੀਟ ਕਰਾਂਗੇ। ਉਦੋਂ ਤੱਕ ਰਿਪੀਟ ਕਰਦੇ ਜਾਵਾਂਗੇ ਜਦੋਂ ਸਾਨੂੰ ਡਿਜ਼ਾਇਰ ਐਕੂਰੇਸੀ ਤੱਕ ਸਾਡਾ ਰਿਜ਼ਲਟ ਨਹੀਂ ਮਿਲ ਜਾਂਦਾ। ਹੁਣ ਕੁਐਸਚਨ ਆਏਗਾ ਕਿ ਕਦੋਂ ਤੱਕ ਅਸੀਂ ਇਹਨੂੰ ਰਿਪੀਟ ਕਰਨਾ, ਐਕੂਰੇਸੀ ਕੀ ਹੋਏਗੀ, ਜਾਂ ਫਿਰ ਇਹਨੂੰ ਕਿਹੜੀਆਂ ਇਹਦੇ ਵਿੱਚ f(a) ਅਤੇ f(b) ਦੀਆਂ ਅਸੀਂ ਵੈਲਿਊ ਸਬਸਟੀਟਿਊਟ ਕਰਨੇ ਨੇ। ਇਹ ਸਾਰਾ ਕੁਝ ਵਿੱਚ ਅਸੀਂ ਇੱਕ ਐਗਜ਼ਾਮਪਲ ਦੇ ਥਰੂ ਸਮਝਾਂਗੇ। ਐਗਜ਼ਾਮਪਲ ਹੈਗੀ ਆ ਯੂਜ਼ ਸੈਕੰਡ ਮੈਥਡ ਟੂ ਫਾਈਂਡ ਐਨ ਅਪਰੋਕਸੀਮੇਟ ਵੈਲਿਊ ਆਫ √12। ਅਸੀਂ ਸੈਕੰਡ ਮੈਥਡ ਦੇ ਨਾਲ ਇਹਦੀ ਵੈਲਿਊ ਫਾਈਂਡ ਕਰਨੀ ਆ। ਹੁਣ ਪਹਿਲਾ ਹੀ ਕੁਐਸਚਨ ਆਏਗਾ ਕਿ ਇਹਦੇ ਵਿੱਚ ਸਾਡੇ ਕੋਲ ਕਿਤੇ ਵੀ ਨੋਨ ਲੀਨੀਅਰ ਇਕੁਏਸ਼ਨ ਤਾਂ ਹੈ ਨਹੀਂ। ਤੁਸੀਂ ਤਾਂ ਕਿਹਾ ਸੀ ਨੋਨ ਲੀਨੀਅਰ ਇਕੁਏਸ਼ਨ ਨੂੰ ਸੋਲਵ ਕਰਨ ਦੇ ਲਈ ਯੂਜ਼ ਕੀਤਾ ਜਾਂਦਾ। ਸੋ ਪਹਿਲਾਂ ਤਾਂ ਬੱਚੇ ਅਸੀਂ ਦੇਖਾਂਗੇ ਕਿ ਸਿਰਫ √12 ਪਿਆ, ਸਿਰਫ ਇੱਕ ਵੈਲਿਊ ਆ। ਹੁਣ ਇਹ ਤਾਂ ਅਸੀਂ ਸਿੱਧਾ ਕੈਲਕੂਲੇਟਰ 'ਤੇ √12 ਆਫ ਇਹਦਾ ਰੂਟ ਵੀ ਕੱਢ ਸਕਦੇ। ਉਹਨੇ ਕਿਹਾ ਬਾਏ ਸੈਕੰਡ ਮੈਥਡ। ਸੋ ਪਹਿਲਾਂ ਤਾਂ ਬੱਚੇ ਨੂੰ ਵੇਰੀਏਬਲ ਦੀ ਫਾਰਮ 'ਚ ਲਿਖਾਂਗੇ। ਅਸੀਂ ਲੈਟ ਕਰ ਲਿਆ ਕਿ ਜਿਹੜਾ ਇਹ ਵੈਲਿਊ ਆ ਇਹ ਕਿਹਦੇ ਇਕੁਅਲ ਆ? x ਇਜ਼ ਇਕੁਅਲ ਟੂ √12। ਇੱਕ ਫੰਕਸ਼ਨ ਬਣਾਉਣ ਦੀ ਟਰਾਈ ਕਰ ਰਹੇ ਹਾਂ ਬੱਚੇ, ਇੱਕ ਇਕੁਏਸ਼ਨ ਬਣਾਉਣ ਦੀ। ਹੁਣ √ ਨੂੰ ਖਤਮ ਕਰਨ ਲਈ ਕੀ ਕਰਾਂਗੇ? ਸਕੇਅਰਿੰਗ ਬੋਥ ਸਾਈਡ ਸਕੇਅਰਿੰਗ ਕਰਾਂਗੇ ਅਤੇ ਇਹ ਬਣ ਜਾਏਗਾ x² ਇਜ਼ ਇਕੁਅਲ ਟੂ
12 ਤੇ 12 ਇੱਧਰ ਆਊਗਾ, ਇਹ ਬਣ ਜਾਏਗਾ x ਸਕੁਆਇਰ ਮਾਈਨਸ 12 ਇਜ਼ ਇਕੁਅਲ ਟੂ 0। ਹੁਣ ਦੇਖੋ ਸਾਡੇ ਕੋਲ ਇੱਕ ਨੋਨ ਲੀਨੀਅਰ ਇਕੁਏਸ਼ਨ ਬਣ ਗਈ ਨਾ, x ਦੀ ਪਾਵਰ ਕਿੰਨੀ ਆ 2। ਸੋ ਹੁਣ ਇਸ ਨੋਨ ਲੀਨੀਅਰ ਇਕੁਏਸ਼ਨ ਨੂੰ ਯੂਜ਼ ਸੋਲਵ ਕਰਨ ਦੇ ਲਈ ਅਸੀਂ ਕੀ ਯੂਜ਼ ਕਰ ਸਕਦੇ ਹਾਂ, ਸੈਕੰਡ ਮੈਥਡ ਯੂਜ਼ ਕਰ ਸਕਦੇ ਹਾਂ। ਪਹਿਲਾਂ ਉਰੇ ਤੱਕ ਇਕੁਏਸ਼ਨ ਫਾਰਮ ਕੀਤੀ, ਉਸ ਤੋਂ ਬਾਅਦ ਹੁਣ ਇਹ ਜਿਹੜੀ ਇਕੁਏਸ਼ਨ ਆ ਅਸੀਂ ਉਹਨੂੰ ਮੰਨ ਲਿਆ ਕਿਹਦੇ ਇਕੁਅਲ ਆ, ਲੈਟ x ਇਜ਼ ਇਕੁਅਲ ਟੂ x ਸਕੁਆਇਰ ਮਾਈਨਸ 12। ਹੁਣ ਅਸੀਂ ਕਿਹਾ ਸੀ ਬਾਏ ਹਿਟ ਐਂਡ ਟਰਾਇਲ ਮੈਥਡ ਸਾਨੂੰ ਕੋਈ ਦੋ ਇਹੋ ਜਿਹੀਆਂ ਵੈਲਿਊਜ਼ ਚਾਹੀਦੀਆਂ ਨੇ ਜਿਸ ਦੇ ਇੱਕ ਵੈਲਿਊ ਨੈਗੇਟਿਵ ਅਤੇ ਇੱਕ 'ਤੇ ਆਨਸਰ ਫੰਕਸ਼ਨ ਕੀ ਦੇਵੇ ਪੋਜ਼ੀਟਿਵ। ਸੋ ਅਸੀਂ ਭਰਨਾ ਸਟਾਰਟ ਕੀਤਾ, ਕਹਿੰਦੇ ਅਸੀਂ ਪਹਿਲਾਂ x ਦੀ ਪਲੇਸ 'ਤੇ 1 ਪੁੱਟ ਕੀਤਾ, 1 ਦੀ ਸਕੁਆਇਰ ਮਾਈਨਸ 12 ਵਜੇ ਮਾਈਨਸ 11, ਫਿਰ ਅਸੀਂ 2 ਭਰਿਆ, 2 ਦੀ ਸਕੁਆਇਰ ਮਾਈਨਸ 12, 4 ਮਾਈਨਸ 12 ਮਾਈਨਸ 8, ਅਗੇਨ ਸਾਡੇ ਕੋਲ ਨੈਗੇਟਿਵ, ਫਿਰ 3 ਪੁੱਟ ਕੀਤਾ, 9 ਮਾਈਨਸ 12 ਮਾਈਨਸ 3, ਅਗੇਨ ਨੈਗੇਟਿਵ, ਫਿਰ 4 ਪੁੱਟ ਕੀਤਾ, 4 ਦੀ ਸਕੁਆਇਰ 16, 16 ਮਾਈਨਸ 12 ਇਜ਼ ਇਕੁਅਲ ਟੂ 4। ਹੁਣ ਆਨਸਰ ਸਾਨੂੰ ਕੀ ਮਿਲ ਗਿਆ, ਪੋਜ਼ੀਟਿਵ। ਇਸ ਦਾ ਮਤਲਬ ਸਾਡਾ ਜਿਹੜਾ ਰੂਟ ਆ ਉਹ ਕਿਹਦੇ ਵਿੱਚ ਲਾਈ ਕਰਦਾ ਹੋਏਗਾ, 3 ਤੋਂ ਲੈ ਕੇ 4 ਦੇ ਵਿੱਚ ਲਾਈ ਕਰਦਾ ਹੋਏਗਾ। ਹੁਣ ਵਜੇ ਇੱਥੇ ਅਸੀਂ ਨੇ ਸਿੱਧਾ ਆਈਟੀਰੇਸ਼ਨ 'ਤੇ ਵੀ ਮੂਵ ਕਰ ਸਕਦੇ ਹਾਂ ਕਿ ਹਾਂਜੀ ਉਸ ਤੋਂ ਬਾਅਦ ਅਸੀਂ ਆਈਟੀਰੇਸ਼ਨ ਦੇ ਲਈ ਇਹ ਫਾਰਮੂਲਾ ਯੂਜ਼ ਕਰੀਏ, ਪਰ ਇਸ ਤੋਂ ਬਾਅਦ ਇੱਕ ਸਟੈਪ ਹੋਰ ਵੀ ਵਜੇ, ਤੁਸੀਂ ਜਿੰਨਾ ਇਸ ਇੰਟਰਵਲ ਨੂੰ ਰਿਡਿਊਸ ਕਰੋਗੇ, ਜਿੰਨਾ ਛੋਟੇ ਤੋਂ ਛੋਟਾ ਬਣਾਓਗੇ, ਉਨੀਆਂ ਹੀ ਤੁਹਾਨੂੰ ਘੱਟ ਆਈਟੀਰੇਸ਼ਨਸ ਪਰਫੋਰਮ ਕਰਨੀਆਂ ਪੈਣਗੀਆਂ, ਕਿਉਂਕਿ ਤੁਸੀਂ ਆਪਣੇ ਆਨਸਰ ਦੇ ਹੋਰ ਕਰੀਬ ਚਲੇ ਜਾਓਗੇ। ਜੇ ਹੁਣ ਤੁਸੀਂ ਇੱਥੇ 3 ਅਤੇ 4 ਨੂੰ ਲੈਟ ਕਰਕੇ ਚੱਲਦੇ ਹੋ, ਆਨਸਰ ਇਹਦੇ ਨਾਲ ਵੀ ਆ ਜਾਊਗਾ, ਬਟ ਆਈਟੀਰੇਸ਼ਨ ਸਾਨੂੰ ਜ਼ਿਆਦਾ ਪਰਫੋਰਮ ਕਰਨੀਆਂ ਪੈਣਗੀਆਂ। 5 to 6 ਆਈਟੀਰੇਸ਼ਨ ਮੰਨ ਲਓ ਅਸੀਂ ਪਰਫੋਰਮ ਕਰਾਂਗੇ, ਪਰ ਜੇ ਅਸੀਂ ਇਹਨੂੰ ਰਿਡਿਊਸ ਕਰ ਲੈਂਦੇ ਹਾਂ ਤਾਂ ਆਪਣੀਆਂ ਆਈਟੀਰੇਸ਼ਨਸ 2 ਜਾਂ 3 ਦੇ ਵਿੱਚ ਹੀ ਸਾਡਾ ਆਨਸਰ ਆ ਜਿਹੜਾ ਉਹ ਮੈਚ ਹੋ ਜਾਏਗਾ। ਤਾਂ ਹੁਣ ਅਸੀਂ ਪਹਿਲਾਂ ਤਾਂ ਸਾਨੂੰ ਇੰਨਾ ਪਤਾ ਲੱਗਿਆ ਕਿ ਜਿਹੜੀ ਇਹ ਵੈਲਿਊ ਆ ਉਹ ਕਿਹੜੇ ਇੰਟਰਵਲ ਦੇ ਵਿੱਚ ਲਾਈ ਕਰਦੀ ਆ, 3 ਤੋਂ 4 ਦੇ ਵਿੱਚ। ਹੁਣ ਵਿੱਚ 3 ਤੋਂ 4 ਦੇ ਵਿੱਚ ਜਿਹੜੀਆਂ ਵੈਲਿਊਜ਼ ਨੇ ਉਹਨਾਂ ਦੇ ਫੰਕਸ਼ਨ ਦੀ ਵੈਲਿਊ ਚੈੱਕ ਕਰਦੇ ਹਾਂ, 3.25 ਤੇ 3.5 ਤੇ 3.75 ਤੇ ਇਹੋ ਜਿਹੀਆਂ ਵੈਲਿਊਜ਼ ਪਿਕ ਕਰੋ ਬੱਚੇ ਜੋ ਤੁਹਾਨੂੰ ਵੀ ਕੱਢਣੀਆਂ ਈਜ਼ੀ ਹੋਣ ਅਤੇ ਯਾਦ ਰੱਖਣਾ ਵੀ ਹਾਂਜੀ ਵੀ ਇਹੀ ਅਸੀਂ ਵੈਲਿਊਜ਼ ਭਰਨੇ। ਜ਼ਿਆਦਾ ਪੁਆਇੰਟਸ ਵਾਲੀਆਂ ਵੈਲਿਊਜ਼ ਨਹੀਂ ਅਸੀਂ ਜਾਵਾਂਗੇ, ਜੋ ਮੇਨ ਪਈਆਂ ਹੁੰਦੀਆਂ ਨੇ ਬੱਚੇ ਉਹਦਾ ਹਾਫ ਕੀਤਾ, ਹਾਫ ਤੋਂ 0.25 ਅੱਗੇ 0.25 ਪਿੱਛੇ। ਫਿਰ ਅਸੀਂ ਫੰਕਸ਼ਨ 'ਚ ਭਰਿਆ, ਬੱਚੇ 3.25 ਇਹਨਾਂ ਨੂੰ ਸਬਸਟੀਟਿਊਟ ਕੀਤਾ। ਦੇਖੋ ਜਦੋਂ 3.25 ਭਰਿਆ ਉਹਦੀ ਸਕੇਅਰ ਕੀਤਾ -12 ਤਾਂ ਨੈਗੇਟਿਵ ਆਨਸਰ ਆ ਰਿਹਾ, ਜਦੋਂ 3.5 ਭਰਿਆ ਉਹਦੀ ਸਕੇਅਰਿੰਗ ਕੀਤੀ -12 ਕੀਤਾ ਤਾਂ ਵੈਲਿਊ ਪੋਜ਼ੀਟਿਵ ਆ ਰਹੀ ਹੈ। ਇਸ ਦਾ ਮਤਲਬ ਸਾਡਾ ਰੂਟ ਕਿਹਦੇ ਵਿੱਚ ਲਾਈ ਕਰੇਗਾ, ਇਹਨਾਂ ਦੋਹਾਂ ਵੈਲਿਊ 'ਚ ਲਾਈ ਕਰੇਗਾ। ਛੋਟੀ ਵੈਲਿਊ ਸਾਡੇ ਕੋਲ A ਹੋ ਗਈ ਅਤੇ ਬੜੀ ਵੈਲਿਊ ਸਾਡੇ ਕੋਲ B ਹੋ ਗਈ। ਸੋ ਇਹਦੀ ਵੈਲਿਊ 3.25 ਅਤੇ B ਦੀ ਵੈਲਿਊ ਸਾਡੇ ਕੋਲ 3.5 ਆ ਗਈ। ਦੇਖੋ ਅਸੀਂ ਇੰਟਰਵਲ ਨੂੰ ਹੋਰ ਰਿਡਿਊਸ ਕਰ ਲਿਆ, 3 ਅਤੇ 4 ਦੇ ਵਿੱਚ ਹੀ ਕਿਤੇ ਪਿਆ 3.25 ਅਤੇ 3.5। ਹੁਣ ਸਾਡਾ ਰੂਟ ਹੋਰ ਨੇੜੇ ਅਸੀਂ ਰੂਟ ਦੇ ਆ ਗਏ। ਸਭ ਤੋਂ ਫਸਟ ਆਈਟੀਰੇਸ਼ਨ ਅਸੀਂ ਪਰਫੋਰਮ ਕਰ ਰਹੇ ਹਾਂ, ਕਹਿੰਦੇ ਇਹਦੇ ਵਿੱਚ ਅਸੀਂ ਨੇ ਕੀ ਕਿਹਾ ਸੀ, ਜਦੋਂ ਵੀ ਆਈਟੀਰੇਸ਼ਨਸ ਪਰਫੋਰਮ ਕਰਨੀਆਂ ਨੇ, ਦੇਖੋ ਹੁਣ x1 ਦੀ ਵੈਲਿਊ ਚਾਹੀਦੀ ਆ ਜਿਹੜੀ ਕਿਹਦੇ ਇਕੁਅਲ ਹੋਏਗੀ, AFB ਮਾਈਨਸ FB F of A upon F of B ਮਾਈਨਸ F of A। ਹੁਣ ਸਾਰੀਆਂ ਵੈਲਿਊਜ਼ ਇਸ ਫਾਰਮੂਲੇ ਦੇ ਵਿੱਚ ਅਸੀਂ ਨੇ ਸਬਸਟੀਟਿਊਟ ਕਰਨੀਆਂ ਨੇ। ਤਾਂ ਵਿੱਚ ਦੇਖੋ ਅਸੀਂ ਨੇ ਕੀ ਕਿਹਾ, ਕਹਿੰਦੇ x1 ਦੀ ਵੈਲਿਊ ਕੀ ਆ, AFB ਮਾਈਨਸ B F of A upon FB ਮਾਈਨਸ FA, A ਪੁਆਇੰਟ 3.25, F of B ਮਤਲਬ ਫੰਕਸ਼ਨ ਦੀ ਵੈਲਿਊ 3.5 ਤੇ 3.5 ਤੇ ਫੰਕਸ਼ਨ ਦੀ ਵੈਲਿਊ ਵਿੱਚ 0.25 ਆ। ਫਿਲ ਕਰਕੇ ਦੇਖਾਂਗੇ, ਦੇਖੋ ਪਿਕ ਕੀਤਾ ਹੋਇਆ 3.5 ਤੇ ਫੰਕਸ਼ਨ ਦੀ ਵੈਲਿਊ 0.25। ਫਿਰ B ਦੀ ਵੈਲਿਊ ਕਿੰਨੀ ਆ 3.5, F of A ਮਤਲਬ ਕਿ ਇਸ 3.25 ਤੇ ਫੰਕਸ਼ਨ ਦੀ ਵੈਲਿਊ ਕਿੰਨੀ ਆ -1.4375, ਉਹ ਫਿਲ ਕੀਤੀ। ਨੀਚੇ ਕੀ ਆ F of B 3.5 ਤੇ ਫੰਕਸ਼ਨ ਦੀ ਵੈਲਿਊ 0.25, ਫਿਰ A ਪੁਆਇੰਟ 'ਤੇ ਫੰਕਸ਼ਨ ਦੀ ਵੈਲਿਊ -1.4375। ਬੱਚੇ ਅੱਗੇ ਸੋਲਵ ਕੀਤਾ, ਇਹਨਾਂ ਦੋਹਾਂ ਦੀ ਮਲਟੀਪਲਾਈ, ਫਿਰ ਇਹ ਮਾਈਨਸ ਨਾਲ ਮਾਈਨਸ ਪਲੱਸ ਹੋ ਜਾਏਗਾ, ਐਡ ਹੋ ਜਾਣਗੇ, ਨੀਚੇ ਵੀ ਦੋਨੋਂ ਐਡ ਹੋ ਜਾਣਗੇ, ਦੋਹਾਂ ਨੂੰ ਡਿਵਾਈਡ ਕੀਤਾ ਤਾਂ ਆਨਸਰ ਸਾਡੇ ਕੋਲ ਕੀ ਬਣ ਰਿਹਾ 3.46296। ਦੇਖੋ ਬੱਚੇ ਉਰੇ ਆ ਗਈ ਸਾਡੀ x1 ਦੀ ਵੈਲਿਊ। ਹੁਣ ਪਹਿਲਾਂ ਕੀ ਕਰਦੇ ਸੀ, ਰੈਗੂਲਰ ਫਾਲਸੀ ਦੇ ਵਿੱਚ ਅਸੀਂ ਇਸ ਵੈਲਿਊ 'ਤੇ ਫਿਰ ਸਾਈਨ ਚੈੱਕ ਕਰਦੇ ਸੀ ਕਿ ਨੈਗੇਟਿਵ ਆਊਗਾ ਕਿ ਪੋਜ਼ੀਟਿਵ, ਫਿਰ ਉਸ ਅਕੋਰਡਿੰਗ ਅਸੀਂ ਆਪਣਾ ਇੰਟਰਵਲ ਟੇਕ ਕਰਦੇ ਸੀ। ਬਟ ਜਿਹੜਾ ਸੈਕੰਡ ਮੈਥਡ ਹੈ ਵਿੱਚ ਉਸੇ ਦੇ ਪ੍ਰੋਸੀਜਰ ਨੂੰ ਰਿਡਿਊਸ ਕਰਨ ਦੇ ਲਈ ਬਣਾਇਆ ਗਿਆ। ਤਾਂ ਇਹਦੇ ਵਿੱਚ ਅਸੀਂ ਹੁਣ ਆਹ ਵੈਲਿਊ 'ਤੇ ਕੋਈ ਫੰਕਸ਼ਨ ਦਾ ਸਿੰਬਲ ਚੈੱਕ ਨਹੀਂ ਕਰਨਾ ਕਿ ਨੈਗੇਟਿਵ ਆ ਕਿ ਪੋਜ਼ੀਟਿਵ, ਬਸ ਅਗਲਾ ਇੰਟਰਵਲ ਕੀ ਲੈ ਲੈਣਾ, ਅਸੀਂ ਇਸ A ਨੂੰ ਖਤਮ ਕਰ ਦੇਣਾ ਬੱਚੇ। ਜੋ ਵੀ ਇਹਦੀ ਪਿਛਲੀ ਵੈਲਿਊ ਸੀ ਉੱਥੋਂ ਤੱਕ ਦਾ, ਉਸ ਤੋਂ ਇੱਥੇ ਤੱਕ ਦਾ ਇੰਟਰਵਲ ਟੇਕ ਕਰ ਲੈਣਾ। ਮਤਲਬ ਹੁਣ ਸਾਡਾ A ਦਾ ਕੰਮ ਕੌਣ ਕਰੇਗਾ 3.5, B ਦੀ ਪਲੇਸ 'ਤੇ ਕੀ ਆ ਜਾਏਗਾ ਜੋ ਨਵੀਂ ਵੈਲਿਊ ਆਈ ਹੈ 3.46296, ਫਿਰ
ਉਹਦੇ ਉੱਤੇ ਵੈਲਿਊਜ਼ ਦੇਖਾਂਗੇ। ਫਿਰ ਅਗਲੀ ਆਈਟੀਰੇਸ਼ਨ ਪਰਫੋਰਮ ਕਰਾਂਗੇ। ਦੇਖੋ ਸਾਡੇ ਕੋਲ ਅਗਲੀ ਲਈ ਆਈਟੀਰੇਸ਼ਨ ਲਈ ਕੀ ਆ ਗਿਆ, A ਦੀ ਵੈਲਿਊ 3.5, B ਦੀ ਵੈਲਿਊ 3.46296 ਜੋ ਉੱਪਰਲੀ ਆਈਟੀਰੇਸ਼ਨ 'ਚ ਕੱਢੀ ਆ। ਫਿਰ 3.5 'ਤੇ ਫੰਕਸ਼ਨ ਕੀ ਦੇ ਰਿਹਾ ਸੀ 0.25 ਅਤੇ ਵਿੱਚ ਇੱਥੇ ਫੰਕਸ਼ਨ ਦੀ ਵੈਲਿਊ ਅਸੀਂ ਨੈਗੇਟਿਵ ਪੋਜ਼ੀਟਿਵ ਦੇ ਲਈ ਨਹੀਂ ਕੱਢ ਰਹੇ, ਅਸੀਂ ਫੰਕਸ਼ਨ ਦੀ ਵੈਲਿਊ ਤਾਂ ਕੱਢੀ ਆ ਕਿਉਂਕਿ ਇਹਦੀ ਫਾਰਮੂਲੇ 'ਚ ਯੂਜ਼ ਹੋਣੀ ਆ। ਸੋ ਫੰਕਸ਼ਨ ਦੇ ਵਿੱਚ 3.46296 ਭਰਨ ਤੋਂ ਬਾਅਦ ਸਾਨੂੰ ਵੈਲਿਊ ਕਿੰਨੀ ਮਿਲ ਰਹੀ ਆ, -0.00790। ਹੁਣ ਬੱਚੇ ਇਸ ਸਿੰਬਲ ਦੇ ਅਕੋਰਡਿੰਗ ਅਸੀਂ ਆਪਣਾ ਇੰਟਰਵਲ ਟੇਕ ਨਹੀਂ ਕੀਤਾ, ਬਸ ਅਗਲੀ ਵੈਲਿਊ ਟੇਕ ਕਰ ਲਈ। ਹੁਣ ਅਗੇਨ ਸੈਕਿੰਡ ਆਈਟੀਰੇਸ਼ਨ ਕਰਾਂਗੇ। ਫਿਰ ਇਸ ਫਾਰਮੂਲੇ 'ਚ ਵੈਲਿਊਜ਼ ਭਰਾਂਗੇ f of A ਦੀ, f of B ਦੀ ਅਤੇ A ਅਤੇ B ਦੀ। ਫਿਰ ਸੋਲਵ ਕੀਤਾ, ਆਨਸਰ ਕੀ ਆ ਗਿਆ ਬੱਚੇ 3.4641109। ਅਪਰੋਕਸ ਕਰਾਂਗੇ ਤਾਂ ਇਹ ਮੰਨ ਸਕਦੇ ਹਾਂ 3.4641। ਹੁਣ ਇੱਕ ਆਈਟੀਰੇਸ਼ਨ ਅਸੀਂ ਹੋਰ ਪਰਫੋਰਮ ਕਰ ਲੈਣਾ ਬੱਚੇ, ਕਿਉਂਕਿ ਇੱਥੇ ਸਾਡੇ ਕੋਲ ਅਜੇ ਆਨਸਰ ਸੇਮ ਨਹੀਂ ਆਇਆ, ਸਿਰਫ 2 ਡਿਜਿਟ ਤੱਕ ਆਨਸਰ ਸੇਮ ਹੋਇਆ। ਅਸੀਂ ਨੇ ਟਰਾਈ ਕਰਾਂਗੇ 3 ਜਾਂ 4 ਡਿਜਿਟ ਤੱਕ ਉਹ ਆਨਸਰ ਆ ਜਿਹੜਾ ਉਹ ਮੈਚ ਹੋ ਜਾਵੇ। ਫਿਰ ਅਗਲੀ ਆਈਟੀਰੇਸ਼ਨ ਦੇ ਵਿੱਚ ਹੁਣ ਜਦੋਂ ਪਰਫੋਰਮ ਕਰਨੀ ਆ ਤਾਂ ਬੱਚੇ ਸਾਡੇ ਕੋਲ ਅਸੀਂ ਕਿਹਾ ਕਿ ਵੈਲਿਊ ਕੀ ਹੋਣਗੀਆਂ, ਜਿਹੜੀ ਆਹ ਵਾਲੀ ਵੈਲਿਊ ਆ ਇਹ A ਦਾ ਕੰਮ ਕਰੇਗੀ, ਜੋ ਪਿਛਲੀ ਆਈਟੀਰੇਸ਼ਨ ਦੇ ਵਿੱਚ B ਦੀ ਵੈਲਿਊ ਸੀ ਉਹ ਅਗਲੀ ਆਈਟੀਰੇਸ਼ਨ ਦੇ ਵਿੱਚ ਕਿਹਦਾ ਕੰਮ ਕਰੇਗੀ, A ਦਾ, ਅਤੇ ਜੋ ਅਸੀਂ ਨਿਊ ਵੈਲਿਊ ਕੱਢੀ ਆ ਉਹ ਕਿਹਦਾ ਕੰਮ ਕਰੇਗੀ, B ਦਾ। ਸੋ A ਦੀ ਵੈਲਿਊ, B ਦੀ ਵੈਲਿਊ। ਫਿਰ ਉਸ ਤੋਂ ਬਾਅਦ ਅਸੀਂ f of A, f of B ਦੀ, ਮਤਲਬ ਕਿ ਇਹਨਾਂ ਪੁਆਇੰਟਸ ਦੇ ਫੰਕਸ਼ਨ ਦੀ ਵੈਲਿਊ ਲੱਭ ਲੈਣੀ ਆ। ਫਿਰ ਇਸੇ ਫਾਰਮੂਲੇ ਦੇ ਵਿੱਚ ਦੁਬਾਰਾ ਵੈਲਿਊ ਸਬਸਟੀਟਿਊਟ ਕਰਨੀਆਂ ਨੇ। ਦੁਬਾਰਾ ਵੈਲਿਊ ਸਬਸਟੀਟਿਊਟ ਕਰਨ ਤੋਂ ਬਾਅਦ ਸੋਲਵ ਕੀਤਾ, ਆਨਸਰ ਕੀ ਆਇਆ ਬੱਚੇ 3.46410। ਹੁਣ ਦੇਖੋ ਜਿਹੜੀ ਸੈਕਿੰਡ ਆਈਟੀਰੇਸ਼ਨ ਸੀ ਉਹਦੇ ਵਿੱਚ 3.46409, ਇਹਦੇ ਵਿੱਚ 46, ਉਹਨੂੰ ਅਪਰੋਕਸ ਕਰਾਂਗੇ ਤਾਂ 3.4641 ਹੀ ਬਣਦਾ ਅਤੇ ਇਹਦੇ ਵਿੱਚ ਵੀ 3.4641। ਤਾਂ ਸਾਡੇ ਕੋਲ ਪਿਛਲੀਆਂ 4 ਡਿਜਿਟ ਨੇ ਬੱਚੇ ਜਿਹੜੀਆਂ ਮੈਚ ਹੋ ਰਹੀਆਂ ਨੇ। ਸੋ ਅਸੀਂ ਇੱਥੇ ਆਪਣੀ ਜਿਹੜੀ ਆਈਟੀਰੇਸ਼ਨ ਪ੍ਰੋਸੀਜਰ ਆ ਉਹ ਸਟਾਪ ਕਰ ਦਾਂਗੇ, ਕਿਉਂਕਿ ਸਾਨੂੰ 2 ਸਕਸੈਸਿਵ ਜਿਹੜੇ ਆਈਟੀਰੇਸ਼ਨਸ ਨੇ ਉਹਨਾਂ ਦੇ ਵਿੱਚ ਜਿਹੜੀ ਮਿਲਣ ਵਾਲੀ ਰੂਟ ਆ ਉਹਦੀ ਵੈਲਿਊਜ਼ ਸਿਮਿਲਰ ਜੀ ਮਿਲ ਰਹੀ ਆ। ਜੇ ਬੱਚੇ ਤੁਸੀਂ ਹੋਰ ਐਕੂਰੇਸੀ ਚਾਹੁੰਦੇ ਹੋ ਤਾਂ 4th ਆਈਟੀਰੇਸ਼ਨ ਵੀ ਪਰਫੋਰਮ ਕਰ ਲਓ, ਉਹਦੇ ਵਿੱਚ ਵੀ ਤੁਸੀਂ ਦੇਖੋਗੇ ਆਨਸਰ ਤੁਹਾਨੂੰ ਸੇਮ ਮਿਲੂਗਾ 3.4641। ਉਹ ਤੋਂ ਬਾਅਦ ਵੀ ਸਾਡਾ ਆਨਸਰ ਇਹੀ ਰਹਿਣ ਵਾਲਾ। ਸੋ ਇਹੀ ਸਾਡਾ ਸੀਗਾ ਸੈਕੰਡ